ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ ਤਿਨ ਹੱਥ ਚੜ੍ਹਿਆ ਰਾਮ। ਕਹਾ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
दद्दा देख जो बिनसनहारा, जस अदेख तस राख बिचारा। दद्दा देख जो बिनसनहारा। वाहिगुरु जी का खालसा, वाहिगुरु जी की फतेह। परम सन्मानयोग सतगुरां दी साजी निवाजी गुरु खालसा जी, साध संगत जी वडभागे हो। ਅੰਮ੍ਰਿਤ ਵੇਲੇ ਦੇ ਸੱਜੇ ਪਾਵਨ ਗੁਰੂ ਦਰਬਾਰਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ, ਚਵਰ ਛੱਤਰ ਤਖਤ ਦੇ ਮਾਲਕ, ਸਰਵਰੇ ਕਾਇਨਾਤ ਦੇ ਸੁਆਮੀ, ਜੁਗੋ ਜੁਗ ਅਟਲ, ਧੰਨ 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 ਸਤਿਗੁਰੂ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਅਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੇ ਹੋ। ਸਜੇ ਹੋਏ ਪਾਵਨ ਪਵਿੱਤਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਅੰਮ੍ਰਿਤ ਰੂਪ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਅੰਮ੍ਰਿਤਮਈ ਕਥਾ ਵਿਚਾਰ ਦਾ ਸਮਾਂ ਹੋਇਆ। ਸੰਕਲਪਾਂ ਵਿਕਲਪਾਂ ਦੇ ਤਾਈਂ ਪ੍ਰਛਿਨ ਕਰਦਿਆਂ ਹੋਇਆਂ, ਮਨੋਬਿਰਤੀਆਂ ਦੇ ਤਾਈਂ ਇਕਾਗਰ ਕਰਦਿਆਂ ਹੋਇਆ, ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰੂ ਸਾਹਿਬਾਂ ਵੱਲੋਂ ਗੁਰਬਾਣੀ ਦੁਆਰਾ ਬਖਸ਼ਿਸ਼ ਕੀਤਾ ਗਿਆ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। दद्दा देख जो बिनसनहारा, गुरु खालसा साध संगत गुरबाणी दी चल रही लड़ीवार कथा विचार दे प्रवाहां विचों गौड़ी 52 अखरी भगत कबीर साहिब जी दी ये बाणी दी विचार दे प्रवाह चल रहे हैं। पिछे तो सतगुरां दी ही रहमत दा सदका, सतगुरां दी ही बख्शिश दा सदका, तुष मत दे अनुसार जो पिछे तो आरंभ तो लड़ीवार गुरबाणी दी कथा विचार दे प्रवाह हन, उन्हां दे जिहड़े ये कथा विचार दे लाइव पाठ हन,
ਇਹ ਦੂਸਰੇ ਚੈਨਲ ਦੇ ਉੱਪਰ ਪੈਂਦੇ ਰਹੇ ਹੈ। ਪਰ ਐਸੀ ਕੋਈ ਦੇਵਨੇਤ ਨਾਲ ਜੋ ਦੂਸਰਾ ਚੈਨਲ ਸੀ ਉਹ ਬੰਦ ਹੋ ਗਿਆ, ਜਿਸ ਕਾਰਨ ਸਰੋਤੇਗਣਾਂ ਨੂੰ ਇਸ ਗੱਲ ਦੇ ਵਿੱਚ ਥੋੜ੍ਹੀ ਕਨਫਿਊਜ਼ ਹੋਵੇਗੀ ਕਿ ਇਹ ਕਥਾ ਸੰਭਵਤः ਅੱਧ ਵਿੱਚੋਂ ਹੀ ਆਰੰਭ ਕਰ ਦਿੱਤੀ ਹੈ। ਐਸਾ ਨਹੀਂ ਹੈ। ਪਿਛਲੀ ਲੜੀਵਾਰ ਵਿਚਾਰ ਜਿਹੜੀ ਹੈ ਉਹ ਉਸ ਚੈਨਲ 'ਤੇ ਸੀ, ਬੰਦ ਹੋਣ ਕਾਰਨ ਇਹ ਵਿਚਾਰ ਜਿਹੜੀ ਲੜੀਵਾਰ ਚੱਲ ਰਹੀ ਹੈ ਉਹ ਹੁਣ ਇਸ ਚੈਨਲ ਦੇ ਉੱਪਰ ਅਪਲੋਡ ਹੋ ਰਹੀ ਹੈ। ਸੋ ਆਓ ਗੁਰੂ ਸਾਹਿਬਾਂ ਦੀ ਅਸੀਸ ਦਾ ਸਦਕਾ, ਸਤਿਗੁਰਾਂ ਦੀ ਕਿਰਪਾ ਅਤੇ ਰਹਿਮਤ ਦਾ ਸਦਕਾ ਇਹ ਲੜੀਵਾਰ ਜੋ ਵਿਚਾਰ ਚੱਲ ਰਹੀ ਹੈ, ਗੌੜੀ ਰਾਗ ਦੀ ਭਗਤ ਬਾਣੀ ਦੀ ਵਿਚਾਰ ਚੱਲ ਰਹੀ ਹੈ। ਭਗਤ ਬਾਣੀ ਵਿੱਚੋਂ ਕਬੀਰ ਸਾਹਿਬ ਜੀ ਦੀ ਗੌੜੀ 52 ਅੱਖਰੀ ਜਿਹੜੀ ਬਾਣੀ ਹੈ ਉਹਦੀ ਵਿਚਾਰ ਚੱਲ ਰਹੀ ਹੈ। ਗੌੜੀ 52 ਅੱਖਰੀ ਦੇ ਵਿੱਚੋਂ 23 ਪੌੜੀਆਂ ਜਿਹੜੀਆਂ ਹਨ, 23 ਪਦ ਜਿਹੜੇ ਹੈ ਉਹਨਾਂ ਦੀ ਵਿਚਾਰ ਪਿਛਲੇ ਦੀਵਾਨਾਂ ਅੰਦਰ ਆਪਾਂ ਸਰਵਣ ਕਰ ਚੁੱਕੇ ਹਾਂ। ਤਾਂ ਇਸ ਤੋਂ ਅੱਗੋਂ ਜਿਹੜੀ ਹੈ ਉਹ ਪਾਵਨ ਲੜੀਵਾਰ ਵਿਚਾਰ ਪ੍ਰਾਰੰਭ ਹੋ ਰਹੀ ਹੈ। ਆਓ ਇਕਾਗਰਤਾ ਸੰਯੁਗਤ ਸਤਿਗੁਰੂ ਸਾਹਿਬਾਂ ਦੀ ਕਿਰਪਾ ਰਹਿਮਤ ਦਾ ਸਦਕਾ ਪਾਵਨ ਪਵਿੱਤਰ ਗੁਰਬਾਣੀ ਦੁਆਰਾ ਬਖਸ਼ਿਸ਼ ਕੀਤਾ ਗਿਆ ਉਪਦੇਸ਼ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੱਦਾ ਦੇਖ ਜੋ ਬਿਨਸਨਹਾਰਾ, ਕਾਜੀ ਤੇ ਪੰਡਤ ਕਬੀਰ ਸਾਹਿਬ ਜੀ ਦੇ ਕੋਲ ਆਏ ਸਨ। ਕਬੀਰ ਸਾਹਿਬ ਜੀ ਦੇ ਅੱਗੋਂ ਉਹਨਾਂ ਨੇ ਸਵਾਲ ਰੱਖੇ ਸਨ, ਨਾ ਉਹਨਾਂ ਦੇ ਉੱਤਰ ਹੀ ਕਬੀਰ ਸਾਹਿਬ ਜੀ ਦੇ ਰਹੇ ਹੈ। ਅਤੇ 52 ਅੱਖਰ ਜਿਹੜੇ ਸੰਸਕ੍ਰਿਤ ਦੇ 52 ਅੱਖਰ ਹਨ ਉਹਨਾਂ ਰਾਹੀਂ ਹੀ ਉਪਦੇਸ਼ ਦੇ ਰਹੇ ਹਨ। ਤਾਂ ਇਹ 24ਵੀਂ ਪੌੜੀ ਅੰਦਰ ਦੱਦੇ ਅੱਖਰ ਦੁਆਰਾ ਕਬੀਰ ਸਾਹਿਬ ਜੀ ਕਥਨ ਕਰਦੇ ਹੈ ਕਿ ਦੇਖ ਜੋ ਬਿਨਸਨਹਾਰਾ। हे ਭਾਈ, ਇਹ ਜੋ ਕੁਝ ਵੀ ਆਪਾਂ ਦੇਖ ਪਾ ਰਹੇ ਹਾਂ ਇਹਨਾਂ ਸਥੂਲ ਅੱਖਾਂ ਦੇ ਨਾਲ, ਜਿਤਨਾ ਕੁਝ ਵੀ ਦਿਖਾਈ ਦੇ ਰਿਹਾ ਹੈ, ਚਾਹੇ ਉਹ ਇਹ ਪ੍ਰਿਥਵੀ ਹੈ ਜਾਂ ਪ੍ਰਿਥਵੀ ਦੇ ਉੱਪਰ ਜੀਵ ਹੈ, ਪਹਾੜ ਹੈ, ਨਦੀਆਂ ਨਾਲੇ ਹੈ, ਸਾਗਰ ਹੈ, ਵਨਸਪਤੀ ਹੈ, ਭਿੰਨ ਭਿੰਨ ਤਰ੍ਹਾਂ ਦੇ ਜੀਵ ਹੈ। ਫਿਰ ਪ੍ਰਿਥਵੀ ਦੇ ਉੱਪਰ ਸੂਰਜ ਹੈ, ਚੰਦਰਮਾ ਹੈ, ਫਿਰ ਅਨੇਕ ਗ੍ਰਹਿ ਹਨ, ਨਕਸ਼ਤਰ ਹਨ। ਜਿਤਨਾ ਵੀ ਕੁਝ ਦਿਖਾਈ ਦੇ ਰਿਹਾ, ਦੇਖ ਜੋ ਜਿਹੜਾ ਕੁਝ ਵੀ ਦਿਸ ਰਿਹਾ ਹੈ ਨਾ, ਉਹ ਬਿਨਸਨਹਾਰਾ ਹੈ, ਉਹ ਨਾਸ ਹੋ ਜਾਣ ਵਾਲਾ ਹੈ।
दृष्टमान है सगल मथेना। जो दिस रहा है ना वो मिथ्या है। मिथ्या उसनों कहते हैं जो होवे ना दिखाई दवे। जो तिन्ना समयां दे विच होवे ना पर दिखाई दे रहा होवे। है ओदी होंद तिन्ना समयां च ही नहीं है, ना भूत विच, ना वर्तमान विच, ना भविख विच, पर फिर भी वो दिखाई दे रहा है। उसनों मिथ्या कहते हैं। जैसे सिप्पी विच चांदी दिखाई दे रही है, तिन्ना समयां विच चांदी नहीं है सिप्पी विच, पर फिर भी दिखाई दे रही है। समुंदर के किनारे ते पई सिप्पी जद सूरज की रोशनी पैंदी है तां चमकदी है ते प्रतीत हुंदा चांदी है, चांदी पई हुई है। निकट जाके वेखिया है ते फड़िया है ते पता लगा है ते सिप्पी है, चांदी ते नहीं है। सो प्रथम भी चांदी सी नहीं। जदों असी सिप्पी नहीं सी देखी वेखी, चांदी उदों भी नहीं सी। जद असी सिप्पी नूं वेखिया है, चांदी दिसी है पर चांदी सी उदों भी नहीं। जद नेड़े जाके हथ विच पकड़ी है ते चांदी तो उदों भी नहीं सी, सिप्पी हुई सी, पर फिर भी चांदी दिखाई दिती है। वो मिथ्या है। जो तिन्ना समयां विच होवे ना किंतु दिखाई दे रहा होवे, उसनों मिथ्या कहते हैं। तो ये दृष्टमान जितना भी ये पसारा दिस रहा है ना, यदी होंद तिन्ना कालां विच नहीं है, मूलों ही नहीं है, पर अज्ञानता वश ये सत्य प्रतीत हो रहा है। क्योंकि जैसे वचन आउंदे है कि साचे को बनायो तांते साचो सो सुहायो है। सच्चे दा बनाया जो है, सच्चे दा घड़िया जो है, इस वास्ते सच्चा प्रतीत हो रहा है, सच्चा लग रहा है। वास्तविक ही सच्चा है नहीं है, क्योंकि सच्चा तिन्ना समयां विच हुंदा है। जो केवल मध्य काल विच चांदी दिखाई दिती है, वो सच्ची नहीं सी, सिप्पी सच्ची है। सो इस तरह देख जो बिन सनहारा। कबीर साहब जी कहते जो दिस रहा है, जो भी दिस रहा है, वो सब बिनसनहारा है, नाशवंत है। जो दृष्टावत मिथ्या भासी, जो भी दिस रहा है, चाहे वो सूरज है, चंद्रमा है, ग्रह है, गलैक्सियां हन, ये कितना वड्डा ब्रह्मंड जिसनों वर्तमान विच वड्डे वड्डे साइंटिस्ट लोग बहुत वड्डे वड्डे जिहड़े है वो दूरबीन टैलीस्कोप आदਿਕਾਂ ਦੇ नाल तकदे है, वेंदे है, पर जिथों तक भी ये स्थूल अखां नाल दिस रहा है ते जितना भी दिस रहा है, वो सारे दा सारा मिथ्या है, नाशवंत है, सदैव रहण वाला नहीं है। सो कबीर साहब जी कथन करते हैं, जस देख तस राख विचारा। जस
ਅਦੇਖ। ਜਿਹੋ ਜਿਹਾ ਪਰਮੇਸ਼ਰ ਆਪ ਅਦੇਖ ਅਦ੍ਰਿश्य ਭਾਵ ਦੇਖਣ ਤੋਂ ਰਹਿਤ ਹੈ ਨਾ, ਤਸ ਤਿਹੋ ਜਿਹੀ ਹੀ ਉਸ ਦੀ ਵਿਚਾਰ ਨੂੰ ਦਿਲ ਵਿੱਚ ਰੱਖਣਾ ਕਰ। ਉਹ ਜੋ ਦਿਸਦਾ ਨਹੀਂ ਹੈ ਨਾ, ਉਹ ਸਤਿ ਹੈ। ਜੋ ਦਿਸ ਰਿਹਾ ਉਹ ਅਸਤਿ ਹੈ। ਹਨੇਰੇ 'ਚ ਕੀ ਦਿਸਿਆ ਹੈ? ਸੱਪ ਦਿਸਿਆ, ਉਹ ਅਸਤਿ ਹੈ, ਕਿੰਤੂ ਉਹਦਾ ਆਧਾਰ ਰੱਸੀ ਸੱਚੀ ਹੈ। ਹਮੇਸ਼ਾ ਵਾਸਤੇ ਇਹ ਗੱਲ ਯਾਦ ਰੱਖਣੀ ਹੈ, ਕੋਈ ਵੀ ਵਸਤੂ ਸਾਨੂੰ ਦਿਖਾਈ ਦੇ ਰਹੀ ਹੈ, ਪਰ ਉਹਦੀ ਤਿੰਨਾਂ ਸਮਿਆਂ ਵਿੱਚ ਹੋਂਦ ਨਹੀਂ ਹੈ, ਫਿਰ ਵੀ ਦਿਸ ਰਹੀ ਹੈ। ਜੋ ਦਿਸ ਰਹੀ ਹੈ ਉਹ ਮਿਥਿਆ ਹੈ, ਨਾਸ਼ਵੰਤ ਹੈ। ਪਰ ਜੋ ਦਿਸ ਰਹੀ ਹੈ ਨਾ, ਨਿਸ਼ਚਿਤ ਹੀ ਉਹਦਾ ਆਧਾਰ ਸੱਚ ਹੈ। ਜੇ ਆਧਾਰ ਸੱਚ ਨਾ ਹੋਵੇ ਉਹ ਦਿਸ ਨਹੀਂ ਸਕਦੀ। ਜੋ ਦਿਸ ਰਿਹਾ ਹੈ ਉਹਦਾ ਜਿਹੜਾ ਆਸਰਾ, ਜਿਹਦੇ ਆਸ਼ਰਿਤ ਉਹ ਦਿਸ ਰਹੀ ਹੈ, ਅਨਿਅਥਾ ਦਿਸ ਹੀ ਨਹੀਂ ਸਕਦੀ। ਇਹ ਵਿਚਾਰਯੋਗ ਗੱਲ ਹੈ, ਗਹਿਰਾਈ ਨਾਲ ਆਪਣੀ ਬੁੱਧੀ ਵਿੱਚ ਵਿਚਾਰਨੀ। ਚਾਂਦੀ ਨਹੀਂ ਸੀ ਦਿਸ ਪਾਉਂਦੀ ਜੇ ਸਿੱਪੀ ਨਾ ਹੁੰਦੀ, ਸਰਪ ਨਹੀਂ ਸੀ ਦਿਸਦਾ ਜੇ ਰੱਸੀ ਨਾ ਹੁੰਦੀ। ਇਸੇ ਤਰ੍ਹਾਂ ਜੇ ਬ੍ਰੇਤਾ ਨਾ ਹੁੰਦਾ ਤੇ ਮ੍ਰਿਗ ਤ੍ਰਿਸ਼ਨਾ ਦਾ ਜਲ ਨਹੀਂ ਸੀ ਦਿਸਣਾ। ਸੋ ਕਾਲਪਨਿਕ ਮਿਥਿਆ ਤਦ ਹੀ ਦਿਖਾਈ ਦਿੰਦਾ ਹੈ ਜੇ ਉੱਥੇ ਸੱਚਾ ਹੋਵੇ ਤਾਂ ਕਾਲਪਨਿਕ ਦਿਸਦਾ ਹੈ। ਤਾਂ ਇਹ ਜੋ ਦੇਖ ਪਾ ਰਹੇ ਹਾਂ ਅਸੀਂ ਸਥੂਲ ਅੱਖਾਂ ਨਾਲ, ਇਹ ਤੇ ਮਿਥਿਆ ਹੈ, ਪਰ ਜਿਸ ਦੇ ਆਸ਼ਰਿਤ ਇਹ ਦੇਖ ਪਾ ਰਹੇ ਹਾਂ, ਜਿਹਦੇ ਆਸ਼ਰਿਤ ਇਹ ਦਿਸ ਰਿਹਾ ਹੈ ਨਾ, ਉਹ ਅਦੇਖ ਹੈ, ਉਹ ਅਦ੍ਰਿश्य ਹੈ, ਉਹ ਨਹੀਂ ਦਿਸਦਾ। ਐ ਸਥੂਲ ਅੱਖਾਂ ਨਾਲ ਉਹ ਦਿਸਦਾ ਹੀ ਨਹੀਂ, ਕਿਉਂਕਿ ਉਹਦਾ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਉਹਦਾ ਕੋਈ ਰੰਗ ਰੂਪ ਚੱਕਰ ਚਿਹਨ ਐਸਾ ਨਹੀਂ ਹੈ ਕਿ ਉਹ ਦਿਖਾਈ ਦੇਵੇਗਾ। ਹਾਂ, ਜਦ ਸਾਡਾ ਹਨੇਰਾ, ਵੇਖੋ ਹਨੇਰਾ ਦੀਪਕ ਲੈ ਕੇ ਦੂਰ ਕੀਤਾ ਹੈ, ਰੱਸੀ ਦਿਸ ਪਈ ਹੈ। ਪਰ ਰੱਸੀ ਉਦੋਂ ਦਿਸੀ ਹੈ ਜਦੋਂ ਸਰਪ ਖਤਮ ਹੋ ਗਿਆ ਹੈ, ਸਰਪ ਅਧਿਅਸਤ ਹੋ ਗਿਆ ਹੈ। ਸੱਪ ਵੀ ਦਿਖਾਈ ਦੇ ਰਿਹਾ ਹੈ, ਰੱਸੀ ਵੀ ਦਿਸ ਰਹੀ ਹੈ, ਐਸਾ ਨਹੀਂ ਹੈ। ਤਾਂ ਜਦੋਂ ਅਗਿਆਨਤਾ ਦਾ ਅੰਧਕਾਰ ਮਿਟ ਜਾਂਦਾ ਹੈ, ਸਤਿਗੁਰੂ ਜੀ ਕਿਰਪਾ ਕਰਦੇ ਹੈ, ਜਦ ਕੋਈ ਸਤਿਗੁਰਾਂ ਨੂੰ ਆਪਣਾ ਆਪ ਸਮਰਪਣ ਕਰ ਦੇਵੇ, ਤਨ ਮਨ ਧਨ ਸਭ ਸੌਂਪ ਗੁਰ ਕਉ, ਗੁਰੂ ਦੇ ਅੱਗੋਂ ਆਪਣਾ ਆਪ ਸਮਰਪਣ ਕਰ ਦੇਵੇ, ਫਿਰ ਸਤਿਗੁਰੂ ਜੀ ਸੇਵਕ ਦੇ ਸ਼ਿਸ਼ ਦੇ ਹਿਰਦੇ ਅੰਦਰ ਗਿਆਨ ਦਾ ਦੀਪਕ ਪ੍ਰਜਵਲਿਤ ਕਰ ਦਿੰਦੇ ਆ। ਕਿਹਾ ਨਾ, ਗੁਰਾ ਇੱਕ ਦੇਹ ਬੁਝਾਈ, ਇੱਕੋ ਗੱਲ ਸਮਝਾ ਦਿੱਤੀ ਹੈ ਸਤਿਗੁਰਾਂ ਨੇ ਕਿ ਸਭਨਾ ਜੀਆ ਕਾ ਇੱਕ ਦਾਤਾ, ਉਹ ਇੱਕ ਹੈ, ਸਾਰਿਆਂ ਦਾ ਦਾਤਾ ਹੈ, ਜਾਤਾਂ ਦੇਣ ਵਾਲਾ ਇੱਕ ਹੈ ਉਹ। ਸੋ ਮੈਂ ਵਿਸਰ ਨਾ ਜਾਈ। ਸੋ ਗੁਰਾਂ ਦੁਆਰਾ ਉਹ ਸਮਝ ਪੈਂਦੀ ਹੈ। ਸਤਿਗੁਰੂ ਜੀ ਗਿਆਨ ਦਾ ਦੀਪਕ ਪ੍ਰਜਵਲਿਤ ਕਰ ਦਿੰਦੇ ਆ। ਜਦ ਗਿਆਨ ਦਾ ਦੀਪਕ ਹਿਰਦੇ ਅੰਦਰ ਪ੍ਰਜਵਲਿਤ ਹੋ ਜਾਂਦਾ, ਕਿਉਂਕਿ ਅਗਿਆਨ ਲਾਏ ਸਵਾਲਿਆ ਗੁਰ ਗਿਆਨਹਿ ਲਾਏ ਜਗਾਵੈ ਗੋ, ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਸਤਿਗੁਰੂ ਜੀ ਜਿਹੜੇ ਹੈ ਉਹ ਗਿਆਨ ਦਾ ਦੀਪਕ ਪ੍ਰਜਵਲਿਤ ਕਰ ਦਿੰਦੇ ਹੈ। ਸਵੈ ਯਤਨ ਸੰਭਵ ਨਹੀਂ ਹੈ। ਕੋਈ ਲੱਖ ਯਤਨ ਕਰੇ
ਤੇ ਕਵੇ ਕਿ ਮੈਂ ਇਹ ਅਸੱਤਯ ਤੋਂ ਛੁੱਟ ਸੱਤਯ ਤੱਕ ਪਹੁੰਚਣਾ, ਉਹ ਵੀ ਗੁਰੂ ਬਿਨਾਂ ਪਹੁੰਚਣਾ ਤਾਂ ਅਸੰਭਵ ਹੈ। ਗੁਰੂ ਬਿਨਾਂ ਅੱਜ ਤੱਕ ਕੋਈ ਪਹੁੰਚਿਆ ਨਹੀਂ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਕੋਈ ਪਹੁੰਚਿਆ ਨਹੀਂ ਹੈ। ਦੱਤਾਤਰੇ ਵਰਗਿਆਂ ਨੂੰ ਆਕਾਸ਼ਵਾਣੀਆਂ ਹੋਈਆਂ, ਗੁਰ ਹੀਣ ਮੁਕਤ ਨਹੀਂ ਹੋਤ। ਦਾਤ ਤੋਹਿ ਕਹੋ ਬਾਤ, ਸੁਨ ਬਿਮਲ ਮਤ। ਪ੍ਰਥਮ ਵੀ ਉਦਾਹਰਨਾਂ ਦਿੱਤੀਆਂ ਕਿ ਜੈਸੇ ਭਗਤ ਫਰੀਦ ਸਾਹਿਬ ਜੀ 36 ਸਾਲ ਤਪੱਸਿਆਵਾਂ ਕਰ ਲਈਆਂ, ਨਹੀਂ ਉਹ ਅਵਸਥਾ ਨੂੰ ਪਹੁੰਚ ਪਾਏ, ਗੁਰੂ ਨਹੀਂ ਸੀ ਨਾ। ਆਪਣੇ ਆਪ ਨੂੰ ਵੱਡੇ ਤਪੱਸਵੀ ਅਖਵਾਉਣ ਵਾਲੇ ਸੁਖਦੇਵ ਮੁਨੀ ਵਰਗੇ 12 ਸਾਲ ਗੁਰੂ ਦੇ ਦਰ 'ਤੇ ਖਲੋਣਾ ਪਿਆ। ਜਦ ਗੁਰੂ ਖੁਸ਼ ਹੋਏ ਫਿਰ ਬਖਸ਼ਿਸ਼ਾਂ ਕੀਤੀਆਂ। ਜੂਠਨ ਜੂਠ ਪਈ ਸਿਰ ਉਪਰ, ਖਿਨ ਮਨੁਆ ਤਿਲ ਨਾ ਡੁਲਾਵੈ ਗੋ। ਜਨਕ ਜਨਕ ਬੈਠੇ ਸਿੰਘਾਸਨ, ਨਾ ਮੁਨੀ ਧੂਰ ਲਿਵ ਲਾਵੈ ਗੋ। 12 ਸਾਲ ਗੁਰੂ ਦੇ ਦਰ ਦੇ ਅੱਗੇ ਹੱਥ ਬੰਦ ਖਲੋਤੇ ਰਹੇ। ਜੂਠੀਆਂ ਪੱਤਲਾਂ ਸਿਰ 'ਚ ਪਵਾਉਂਦੇ ਰਹੇ। ਜਦ ਗੁਰੂ ਰੀਝੇ ਹੈ, ਖੁਸ਼ ਹੋਏ ਹੈ ਜਨਕ ਜੀ, ਤਾਂ ਕਿਰਪਾ ਕੀਤੀ ਹੈ, ਸੁਖਦੇਵ ਨੂੰ ਉਹ ਗੱਲ ਬੁਝਾ ਦਿੱਤੀ ਹੈ। ਗੁਰਾ ਇੱਕ ਦੇਹ ਬੁਝਾਈ। ਜਨਕ ਵੀ ਜਿਹੜਾ ਸੀ ਉਹ ਵੀ ਪਹਿਲੋਂ ਨਹੀਂ ਸੀ ਪਤਾ, ਉਹ ਦੋ ਚਿੱਤੀ ਵਿੱਚ ਸੀ, ਕਿਉਂਕਿ ਸੁਪਨਾ ਵੇਖਿਆ। ਸੁਪਨੇ 'ਚ ਕੀ ਵੇਖਦਾ ਹੈ ਕਿ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਅਛਤ ਰਾਜ ਬਿਸ਼ਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਰਾਜਾ ਜਨਕ ਮਿਥਿਲਾਪੁਰੀ ਦਾ ਰਾਜਾ ਹੈ, ਵੱਡਾ ਵੈਭਵ ਹੈ, ਰਾਜ ਭਾਗ ਹੈ, ਸੋਹਣੀ ਛਿਜਾ 'ਤੇ ਸੁੱਤਾ ਹੈ ਤੇ ਸੁਪਨੇ ਵਿੱਚ ਭਿਖਾਰੀ ਬਣ ਗਿਆ। ਮੰਗਦਾ ਫਿਰਦਾ, ਕਿਧਰੋਂ ਕੁਝ ਮਿਲਦਾ ਨਹੀਂ ਹੈ। ਸ਼ਕਨ ਨੂੰ ਲੋਕੀ ਠੋਕਰਾਂ ਮਾਰਦੇ ਐ, ਮੰਦਾ ਬੋਲਦੇ ਐ। ਮੰਗਦਾ ਫਿਰਦਾ, ਭੁੱਖ ਲੱਗੀ ਹੈ ਪਰ ਕਿਧਰੋਂ ਮੰਗ ਕੇ ਵੀ ਨਹੀਂ ਕਿਧਰੋਂ ਮਿਲ ਰਿਹਾ। ਦਰ ਬਦਰ ਭਟਕਦਿਆਂ ਇੱਕ ਥਾਂ 'ਤੇ ਗਿਆ ਹੈ। ਉੱਥੇ ਬ੍ਰਹਮ ਭੋਜ ਵਰਤ ਰਿਹਾ ਸੀ, ਪਰ ਜਿੰਨੇ ਨੂੰ ਪਹੁੰਚਾ ਉਹਨੇ ਨੂੰ ਵਰਤ ਚੁੱਕਾ ਉਹ ਸਾਰਾ ਹੀ ਜੋ ਜਲ ਪਾਣੀ ਸੀ। ਜਦੋਂ ਜਾ ਕੇ ਤਰਲਾ ਮਿੰਨਤ ਕੀਤੀ, ਬਹੁਤ ਭੁੱਖ ਲੱਗੀ ਹੈ, ਕੁਝ ਖਾਣ ਨੂੰ ਹੈ ਤੇ ਦੇ ਦਿਓ। ਉਹ ਜਿਹੜਾ ਭਾਂਡਾ ਸੀ ਭੋਜਨ ਵਾਲਾ, ਉਹ ਵਰਤਾਉਣ ਵਾਲੇ ਦੇ ਮਨ 'ਚ ਦਇਆ ਆਈ। ਉਹਨੇ ਚੰਗੀ ਤਰ੍ਹਾਂ ਪੂੰਝ ਕੇ ਨਾ ਸਾਫ਼ ਕਰਕੇ ਤੇ ਉਹਨੂੰ ਪੱਤੇ 'ਤੇ ਪਾ ਕੇ ਦੇ ਦਿੱਤਾ ਹੈ ਜਨਕ ਨੂੰ। ਲੈ ਕੇ ਖਾਣ ਲੱਗਾ, 2 ਬੌਲ ਭਿੜਦੇ ਆਏ ਹੈ। ਜਿਸ ਵੇਲੇ ਭਿੜਦੇ ਆਏ ਹੈ ਤੇ ਇਹਦੇ ਵਿੱਚ ਆ ਕੇ ਵੱਜੇ ਹੈ, ਉਹ ਸਾਰਾ ਕੁਝ ਉੱਥੇ ਡੁੱਲ ਗਿਆ, ਮਿੱਟੀ 'ਚ ਮਿਲ ਗਿਆ। ਇਹ ਵੀ ਡਿੱਗਾ, ਸੱਟਾਂ ਲੱਗੀਆਂ, ਜ਼ੋਰ ਨਾਲ ਡਿੱਗਾ, ਜਾਗ ਆਈ, ਤਬਕ ਕੇ ਉੱਠਿਆ। ਰਾਜ ਸਿੰਘਾਸਨ 'ਤੇ ਪਿਆ ਹੋਇਆ, ਮਨ ਭਰਮ ਵਿੱਚ ਪੈ ਗਿਆ। ਸੱਤਿਆ ਕੀ ਹੈ? ਇਹ ਸੱਤਿਆ ਹੈ ਜਾਂ ਉਹ ਸੱਤਿਆ ਹੈ? ਇਸੇ ਸਵਾਲ ਨੂੰ ਲੈ ਕੇ ਉਹਨੇ ਬੇਅੰਤ ਪੰਡਤ ਮੁਨੀਗਣ ਸੱਦੇ। ਪੁੱਛਦਾ ਹੈ ਸੱਤਿਆ ਕਿ ਉਹ ਸੱਤਿਆ ਹੈ। ਹੁਣ ਜਿਹੜੇ ਗ੍ਰੰਥ ਪੜ੍ਹਨ ਵਾਲੇ, ਮਾਤਰ 2-4 ਗ੍ਰੰਥ ਪੜ੍ਹੇ, ਉਹਨਾਂ ਨੂੰ ਕੀ ਪਤਾ ਲੱਗੇ? ਇਹ ਤੇ ਅਨੁਭਵ ਦੀਆਂ ਗੱਲਾਂ ਹਨਗੀਆਂ। ਕੋਈ ਗ੍ਰੰਥ ਪੜ੍ਹ ਕੇ ਗੁਰੂ ਨਹੀਂ ਬਣ ਜਾਂਦਾ, ਗ੍ਰੰਥ ਪੜ੍ਹ ਕੇ ਕੋਈ ਮਹਾਨ ਨਹੀਂ ਬਣ ਜਾਂਦਾ। ਵੇਖੋ, ਪੜ੍ਹਨਾ ਉਚਿਤ ਹੈ। ਮਨ ਸਮਝਾਵਨ ਕਾਰਨ ਕਛੂਕ ਪੜ੍ਹੀਏ ਗਿਆਨ, ਪਰ ਅਨੁਭਵ ਦੀਆਂ ਗੱਲਾਂ। ਜਿਹੜੇ ਬ੍ਰਾਹਮਣ ਨੂੰ ਪੁੱਛਦਾ ਉਹਨੂੰ ਅੱਗੋਂ ਉੱਤਰ ਆਉਂਦਾ ਕੋਈ ਨਹੀਂ ਹੈ, ਉਹਨੂੰ ਫੜ ਕੇ ਕੈਦ ਕਰ ਦਿੰਦਾ ਹੈ। ਆਖਰਕਾਰ ਫਿਰ ਅਸ਼ਟਾਵਕਰ ਜੀ ਆਏ, ਜਿਨ੍ਹਾਂ ਨੂੰ ਵੇਖ ਕੇ 8 ਵਾਲ ਪੈਂਦੇ ਸੀ ਸਰੀਰ ਦੇ ਵਿੱਚ, ਹੱਡੀਆਂ
ਇੱਕ ਵਾਰ ਪਿਤਾ ਨੇ ਮਾਣ ਕੀਤਾ ਨਾ, ਸਾਰੀਆਂ ਹੱਡੀਆਂ ਪਿਤਾ ਨੂੰ ਕੱਢ ਕੇ ਦੇ ਦਿੱਤੀਆਂ ਸੀ। ਤੇ ਤੁਹਾਡੀਆਂ ਹੱਡੀਆਂ ਹੀ ਆ ਨਾ, ਇਹ ਹੱਡ ਚੰਮ ਤੇ ਮਾਂ ਦੀ ਰਕਤ ਦਾ ਹੈ। ਤੁਹਾਡੀ ਬਿੰਦ ਤੋਂ ਤੇ ਹੱਡੀਆਂ ਹੀ ਬਣੀਆਂ ਸੀ। ਲਓ ਤੁਸੀਂ ਆਪਣੀਆਂ ਹੱਡੀਆਂ, ਉਹ ਹੱਡੀਆਂ ਤੋਂ ਬਿਨਾਂ ਹੋਣੇ ਕਰਕੇ ਸਰੀਰ 'ਚ 8 ਵਾਲ ਪੈਂਦੇ ਸੀ ਅਸ਼ਟਾਵਕਰ ਦੇ। ਕਰੂਪ ਸੀ ਪਰ ਗਿਆਨ ਕਰਕੇ ਸਭ ਤੋਂ ਸੁੰਦਰ ਸਰੂਪ ਵਾਲੇ ਸਨ। ਆਏ ਬ੍ਰਾਹਮਣ ਗਣ ਵੇਖ ਕੇ ਹੱਸਣ ਲੱਗੇ, ਕਹਿੰਦੇ ਇਹ ਦਊਗਾ ਉਪਦੇਸ਼ ਇਹਨੂੰ। ਜਨਕ ਨਾਲ ਭੇਟ ਹੋਈ। ਜਨਕ ਨੂੰ ਕਹਿਣ ਲੱਗੇ, ਅਸ਼ਟਾਵਕਰ ਚਮਿਆਰ ਕਾਹਤੋਂ ਇਕੱਠੇ ਕੀਤੇ ਇੱਥੇ, ਕੀ ਹੋਇਆ ਹੈ? ਰਾਜਾ ਕਹਿਣ ਲੱਗਾ, ਜੀ ਚਮਿਆਰ ਤਾਂ ਇੱਥੇ ਨਹੀਂ ਹੈ, ਬ੍ਰਾਹਮਣ ਗਣ ਇਕੱਠੇ ਕੀਤੇ ਪਏ ਹਨਗੇ। ਅਸ਼ਟਾਵਕਰ ਕਹਿਣ ਲੱਗੇ, ਚਮਿਆਰ ਹੈ। ਚੰਮ ਵੇਖ ਕੇ ਮੁਸਕਰਾ ਰਹੇ। ਚੰਮ ਤੱਕ ਇਹਨਾਂ ਦੀ ਦ੍ਰਿਸ਼ਟੀ ਹੈ, ਚਮਿਆਰ ਹੈ, ਇਹਨਾਂ ਨੇ ਅੰਦਰ ਵੇਖਿਆ ਹੀ ਨਹੀਂ ਹੈ। ਰਾਜੇ ਨੇ ਸਤਿਕਾਰ ਕੀਤਾ, ਅਦਬ ਕੀਤਾ। ਸੋ ਪੁੱਛਿਆ, ਉਹ ਸੱਤਿਆ ਹੈ ਕਿ ਅਸੱਤਿਆ ਹੈ? ਅਸ਼ਟਾਵਕਰ ਜੀ ਕਹਿਣ ਲੱਗੇ, ਨਾ ਉਹ ਸੱਤਿਆ ਹੈ ਨਾ ਇਹ ਸੱਤਿਆ ਹੈ, ਸੱਤਿਆ ਕੁਝ ਹੋਰ ਹੈ। ਅਰਥਾਤ ਸੁਪਨਾ ਵੀ ਸੱਤਿਆ ਨਹੀਂ ਹੈ। ਤਾਂ ਇਹ ਜਿਹਨੂੰ ਤੂੰ ਇਹ ਜਿਹਦੇ ਵਿੱਚ ਜੀ ਰਿਹਾ ਹੈ, ਇਹ ਜਿਸ ਵਿੱਚ ਰਾਜਾ ਹੈ, ਉਹ ਵੀ ਇੱਕ ਸੁਪਨ ਹੈ। ਜਿਹਦੀ ਸੱਤਾ ਵਿਵਹਾਰਕ ਹੈ, ਜਿਹਦੇ ਵਿੱਚ ਤੂੰ ਭਿਖਾਰੀ ਬਣਿਆ ਸੀ, ਉਹ ਵੀ ਸੁਪਨਾ ਸੀ। ਉਹਦੀ ਸੱਤਾ ਕਾਲਪਨਿਕ ਸੀ, ਪਰ ਹੈ ਦੋਨੋਂ ਅਸੱਤਿ ਹੈ। ਫਿਰ ਗੁਰੂਦੇਵ ਸੱਤਿਆ ਕੀ ਹੈ? ਗੁਰੂ ਦਕਸ਼ਨਾ ਦੇ, ਅਸੀਂ ਤੈਨੂੰ ਦੱਸਾਂਗੇ ਸੱਤਿਆ ਕੀ ਹੈ। ਗੁਰੂ ਦਕਸ਼ਨਾ ਲਈ ਹੈ। ਕੀ ਲਿਆ ਗੁਰੂ ਦਕਸ਼ਨਾ ਵਿੱਚ? ਮਨ ਲਿਆ ਹੈ। ਅਸ਼ਟਾਵਕਰ ਕਹਿੰਦੇ ਹੈ ਕਿ ਆਪਣਾ ਮਨ ਸਾਨੂੰ ਭੇਟਾ ਕਰ, ਫਿਰ ਤੈਨੂੰ ਅਸੀਂ ਸੱਤਿਆ ਵਿਖਾਵਾਂਗੇ ਕੀ ਹੁੰਦਾ ਹੈ। ਤਾਂ ਅਸ਼ਟਾਵਕਰ ਜੀ ਨੂੰ ਰਾਜੇ ਨੇ ਆਪਣਾ ਮਨ ਦਿੱਤਾ। ਫਿਰ ਅਸ਼ਟਾਵਕਰ ਜੀ ਨੇ ਰਾਜੇ ਨੂੰ ਸੱਤਿਆ ਦਾ ਬੋਧ ਕਰਵਾਇਆ। ਸੱਤਿਆ ਕੀ ਹੈ? ਫਿਰ ਮਹਾਨ ਬਣੇ ਆ ਨਾ ਜਨਕ ਜੀ, ਤਾਂ ਕਰਕੇ ਫਿਰ ਇੰਨਾ ਜਸ ਹੋਇਆ। ਭਗਤ ਭਾਈ ਗੁਰਦਾਸ ਜੀ ਲਿਖਦੇ ਹੈ ਕਿ ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਏਡੇ ਮਹਾਨ ਜਨਕ ਜੀ ਹੋਏ ਤਾਂ ਗੁਰੂ ਦੁਆਰਾ ਹੀ ਇਹ ਅਵਸਥਾ ਨੂੰ ਪਹੁੰਚੇ ਹਨ, ਸੱਤਿਆ ਨੂੰ ਵੇਖ ਪਾਏ ਹਨਗੇ। ਗੁਰੂ ਬਿਨਾਂ ਸੱਤਿਆ ਕੋਈ ਵਿਖਾ ਨਹੀਂ ਸਕਦਾ, ਤੇ ਗੁਰੂ ਬਿਨਾਂ ਸੱਤਿਆ ਦਿਸਦਾ ਨਹੀਂ ਹੈ। ਸਥੂਲ ਅੱਖਾਂ ਦਾ ਵਿਸ਼ਾ ਨਹੀਂ ਹੈ, ਉਹ ਇਹਨਾਂ ਨਾਲ ਨਹੀਂ ਦਿਸੇਗਾ। ਜੇ ਕੋਈ ਯਤਨ ਕਰੇ, ਲੱਖ ਸਾਇੰਟਿਸਟ ਲੋਕ ਯਤਨ ਕਰ ਹੀ ਰਹੇ ਹਨਗੇ, ਇਉਂ ਕੋਈ ਯਤਨਸ਼ੀਲ ਰਵੇ, ਮੈਂ ਉਹ ਸੱਤਿਆ ਨੂੰ ਵੇਖਣਾ ਹੈ। ਸੱਤਿਆ ਕੀ ਹੈ? ਤਾਂ ਇਹ ਅਗਿਆਨ ਦੇ ਵਿੱਚ ਪਾਣੀ 'ਚ ਮਧਾਣੀ ਪਾਉਣ ਵਾਲੀ ਗੱਲ ਹੈ। ਜਿੰਨਾ ਚਿਰ ਮਰਜ਼ੀ ਰਿੜਕੀ ਜਾਓ, ਕੋਈ ਮੱਖਣ ਨਿਕਲਣ ਵਾਲਾ ਨਹੀਂ ਹੈ, ਦੁੱਧ ਰਿੜਕਣਾ ਪਵੇਗਾ। ਸੋ ਵਿਚਾਰ ਕਬੀਰ ਸਾਹਿਬ ਜੀ ਕਥਨ ਕਰਦੇ ਹੈ, ਜਸ ਆਦੇਖ ਤਸ ਰਾਖ ਵਿਚਾਰਾ। ਉਹ ਜਿਹੜਾ ਜਸ ਅਦੇਖ ਹੈ, ਅਦੇਖ ਨਾਮੇ ਅਦ੍ਰਿਸ਼ ਹੈ, ਜੋ ਦਿਸਦਾ ਨਹੀਂ ਹੈ। ਇਹ ਨਿਸ਼ਚਿਤ ਰੱਖੀ, ਜੋ ਦਿਸ ਰਿਹਾ ਨਾ ਉਹਦਾ ਆਧਾਰ ਹੈ। ਜੇ ਇਹ ਆਧਾਰ ਨਾ ਹੋਵੇ, ਦਿਸ ਨਹੀਂ ਸਕਦਾ। ਤੂੰ ਕੁਛ ਵੀ ਵੇਖ ਪਾ ਰਿਹਾ, ਪ੍ਰਿਥਵੀ ਵੇਖ ਪਾ ਰਿਹਾ ਨਾ, ਆਪਣਾ ਸਰੀਰ ਹੀ ਵੇਖ ਪਾ ਰਿਹਾ, ਦੂਜੇ ਦਾ ਸਰੀਰ ਵੇਖ ਪਾ ਰਿਹਾ, ਦਰਖਤ ਵੇਖ ਪਾ ਰਿਹਾ, ਪਹਾੜ ਦਿਸ ਰਹੇ ਹੈ, ਨਦੀਆਂ ਦਿਸ ਰਹੀਆਂ। ਦਿਸ ਰਿਹਾ ਨਹੀਂ ਸੱਤਿਆ, ਪਰ ਜੇ ਦਿਸ ਰਿਹਾ ਨਾ ਤੇ ਦਿਸ ਨਹੀਂ ਸਕਦਾ ਜੇ ਇਹਦਾ ਆਸਰਾ ਸੱਤਿਆ ਨਾ ਹੋਵੇ। ਸਿੱਪੀ ਨਾ ਹੋਈ ਤੇ ਚਾਂਦੀ ਦਿਸ ਹੀ ਨਹੀਂ ਸਕਦੀ, ਰੱਸੀ ਨਾ ਹੋਵੇ ਤੇ ਸਰਪ ਦਿਸ ਹੀ ਨਹੀਂ ਸਕਦਾ, ਇਹ ਮਾਰੂਥਲ ਦੀ ਭੂਮੀ ਨਾ ਹੋਵੇ ਤਾਂ ਮ੍ਰਿਗ ਤ੍ਰਿਸ਼ਨਾ ਦਾ ਜਲ ਦਿਸ ਹੀ ਨਹੀਂ ਸਕਦਾ। ਸੋ ਆਧਾਰ ਸੱਤਿਆ ਹੈ। ਉਹ ਜੋ ਆਧਾਰ ਹੈ ਨਾ, ਉਹ ਦ੍ਰਿਸ਼ ਹੈ। ਦ੍ਰਿਸ਼ ਨੇ ਢੱਕ ਦਿੱਤਾ ਹੈ ਉਸ ਨੂੰ, ਜਿਸ ਕਰਕੇ ਉਹ ਅਦ੍ਰਿਸ਼ ਹੈ, ਦੇਖਣ ਤੋਂ ਰਹਿਤ ਹੈ। ਜਸ ਅਦੇਖ ਤਸ ਰਾਖ ਵਿਚਾਰਾ। ਤੇ ਉਹ ਜੀ ਉਸ ਦੀ ਵਿਚਾਰ ਨੂੰ ਆਪਣੇ ਹਿਰਦੇ ਅੰਦਰ ਰੱਖਣਾ ਕਰ। ਗੁਰੂ ਦੁਆਰਾ ਉਸ ਸੱਤਿਆ ਨੂੰ ਜਾਣਨਾ ਕਰ।
दसवें द्वार कुंची जब दीजै। दसवें द्वार जिहड़े 9 दरवाजे है, 9 गोलकां वाला ये जिहड़ा स्थूल शरीर है, ये 9 द्वारे प्रगट किए। 10वां गुप्त रखाया, वो गुप्त है, प्रगट नहीं है, ये प्रगट है 9 द्वारे। 2 अखां हन, इसे तरह 2 करन हन, इसे तरह 2 जिहड़ियां नासकां हन, तां 6 हो गए। तां 1 मूँह है, ये 7 हो गए। ते 2 है, 1 उपस्थ है, 1 गुदा है, ये 9 द्वारे है। ते 9 द्वारियां राहीं श्रवै अपवीत, अपवित्रता श्रवत हो रही है, अपवित्रता डिग रही है 9 ਦੇ 9 ਵਿੱਚੋਂ। ਅੱਖਾਂ 'ਚ ਗਿੱਡ ਆਉਂਦੀ ਹੈ, ਕੰਨਾਂ 'ਚ ਮੈਲ ਹੈ, ਨਾਸਾਂ 'ਚ ਰੇਸ਼ਾ ਹੈ, ਜ਼ੁਕਾਮ ਹੈ, ਮੂੰਹ ਵਿੱਚ ਥੁੱਕ ਹੈ। ਸਾਰੇ 9 ਦੇ 9 ਹੀ ਸ਼ਰਵੈ ਅਪਵੀਤ, ਅਪਵਿੱਤਰਤਾ ਸ਼ਰਵਤ ਕਰ ਰਹੇ ਹਨਗੇ। ਅਪਵਿੱਤਰਤਾ ਇਹਨਾਂ ਦੇ ਵਿੱਚੋਂ ਗੰਦਗੀ ਸ਼ਰਵਤ ਹੋ ਰਹੀ ਹੈ। ਪਰ ਉਹ ਜੋ 10ਵਾਂ ਹੈ ਉਹ ਨਿਰਮਲ ਹੈ, ਸ਼ੁੱਧ ਹੈ, ਪਵਿੱਤਰ ਹੈ, पर वो गोपनीय है। 9 द्वारे प्रगट किए, 10वां गुप्त रखाया। 10वें द्वार कुंची जब दीजै। वो जिहड़ा 10वां द्वार है ना, उहदी कुंजी जिहड़ी है ना, जे मिल जावे, वो गुरु दे सतगुरां दे कोल है। क्या है ना, कुंजी गुर सौ पाई। कुंजी जिहड़ी है वो गुरां नूं सौंपी होई है, सतगुरां दे हत्थ। सतगुर हथ कुंजी होरत दर खुलै नहीं। वो कुंजी सतगुरां दे हथ विच है, किसी कोल नहीं है, वो जिंदरा नहीं खुल सकदा। 10वें द्वार दा दरवाजा जिहड़ा है वो कोई पत्थर मार मार नहीं खोल सकदा कि उहनूं जिंदरा तोड़ देगा जां वो कोई खोल लेगा दरवाजा स्वै यतन करके। लख कोई यतन कर लै, गुरु बिना तपस्या ताल है, तीर्थ नाल है। गुरु बिना लख यतन कोई कर लवे, वो नहीं खुलदा, क्योंकि कुंजी गुर सौ पाई, कुंजी गुरां नूं सौंपी हुई है। सतगुर हथ कुंजी होरत दर खुलै नहीं, सतगुरां द्वारा खुलदा। 10वें द्वार कुंची जब दीजै। वो जो 10वें द्वार विच प्राणायाम रूपी कुंजी तथा चाबी है, सतगुरु जी दे देन, ताई तो दयाल को दर्शन कीजै। तो वो जिहड़ा दयालु है, दया दा आल घर है, शुद्ध स्वरूप है, तो उहदे दर्शन हो जाते हैं। उहदा स्वरूप जिहड़ा है वो दिखाई दे जाता है। अथवा 10वां भाव चेतन ਅਤੇ ਉਸ ਦਾ ਦੁਆਰ ਦਰਵਾਜ਼ਾ ਭਾਵ ਜਿਹੜਾ ਸਤ ਸੰਗਤ ਹੈ, ਅਰਥਾਤ ਸਤ ਸੰਗਤ ਰੂਪੀ 10ਵੇਂ ਦੁਆਰ ਵਿੱਚੋਂ ਬ੍ਰਹਮ ਵਿਦਿਆ ਦੀ ਜਿਹੜੀ ਕੁੰਜੀ ਹੈ, ਇਹ ਜੇ ਸਤਿਗੁਰੂ ਜੀ ਕਿਰਪਾ ਕਰਕੇ ਦੇ ਦੇਣ, ਜਿਸ ਨਾਲ ਅਗਿਆਨ ਰੂਪੀ ਜਿੰਦਰਾ ਖੁੱਲ੍ਹ ਜਾਂਦਾ ਹੈ ਅਤੇ ਦੇਹ ਅਧਿਆਸ ਦਾ ਕੁੰਡਾ ਆਸਾ ਤ੍ਰਿਸ਼ਨਾ ਦੇ ਤਖਤੇ ਖੁੱਲ੍ਹ ਜਾਂਦੇ ਹੈ। ਤਾਂ ਦਿਆਲ ਕੋ ਦਰਸ਼ਨ ਕੀਜੈ, ਉਹ ਦਿਆਲੂ ਦੇ ਦਰਸ਼ਨ ਹੋ ਜਾਂਦੇ ਹੈ। ਉਹ 10ਵੇਂ ਦੁਆਰੇ ਦੀ ਕੁੰਜੀ ਜਿਹੜੀ ਹੈ ਉਹ ਗੁਰਾਂ ਦੇ ਹੱਥ ਹੈ। ਪ੍ਰਾਣਾਯਾਮ ਦੀ ਸਾਧਨਾ ਦੁਆਰਾ, ਜੇ ਗੁਰੂ ਬਿਨਾਂ ਵੀ ਕੋਈ ਪ੍ਰਾਣਾਯਾਮ ਦੀ ਸਾਧਨਾ ਗ੍ਰੰਥਾਂ 'ਚੋਂ ਪੜ੍ਹ ਕੇ ਯਤਨਸ਼ੀਲ ਰਵੇ ਨਾ, ਤਾਂ ਉਹ ਨਹੀਂ ਖੁੱਲ੍ਹ ਸਕਦਾ, ਗੁਰੂ ਦੁਆਰਾ ਹੀ ਖੁੱਲ੍ਹੇਗਾ। ਤਾਂ ਇਸੇ ਤਰ੍ਹਾਂ ਜਿਹੜਾ ਇਹ ਆਸਾ ਤ੍ਰਿਸ਼ਨਾ ਦੇ ਤਖਤੇ ਹੈ, ਦੇ ਅਧਿਆਸ ਦਾ ਕੁੰਡਾ ਹੈ, ਅਗਿਆਨ ਦਾ ਜਿੰਦਰਾ ਲੱਗਾ ਹੋਇਆ ਹੈ, ਇਹਦੀ ਕੁੰਜੀ ਵੀ ਜਿਹੜੀ ਹੈ ਨਾ, ਇਹ ਬ੍ਰਹਮ ਵਿਦਿਆ ਰੂਪੀ ਕੁੰਜੀ ਹੈ, ਜੋ ਸਤ ਸੰਗਤ ਦੇ ਵਿੱਚ ਚੱਲ ਕੇ ਜਿਸ ਵਕਤ ਜਾਂਦੇ ਹਾਂ ਅਸੀਂ, ਸਤ ਸੰਗਤ ਦੇ ਵਿੱਚੋਂ ਸਤਿਗੁਰੂ ਜੀ ਕਿਰਪਾ ਕਰਕੇ ਕੁੰਜੀ ਹੱਥ 'ਚ ਪਕੜਵਾਉਂਦੇ ਬ੍ਰਹਮ ਵਿਦਿਆ ਰੂਪੀ, ਅਤੇ ਜਿਹਦੇ ਨਾਲ ਫਿਰ ਅਗਿਆਨ ਦਾ ਜਿੰਦਰਾ ਖੁੱਲ੍ਹ ਜਾਂਦਾ ਹੈ। ਦੇਹ ਅਧਿਆਸ ਦਾ ਕੁੰਡਾ ਵੀ ਲਾਹ ਲਈਦਾ। ਕੁੰਡੇ ਹੁੰਦੇ ਨਾ ਪੁਰਾਣੇ ਦਰਵਾਜ਼ਿਆਂ ਨੂੰ, ਜੈਸੇ ਉਦਾਹਰਣ ਦੇ ਰਹੇ ਆ, ਉਹ ਕੁੰਡਾ ਖੁੱਲ੍ਹ ਜਾਂਦਾ ਹੈ, ਆਸਾ ਤ੍ਰਿਸ਼ਨਾ ਦੇ ਤਖਤੇ ਖੁੱਲ੍ਹ ਜਾਂਦੇ ਹੈ,
तो दयाल को दर्शन कीजै। तो जो दयालु है, दया दा आल घर है, ਉਹਦੇ ਦਰਸ਼ਨ ਹੋ ਜਾਂਦੇ। ਘਟ ਹਿਰਦੇ ਚੋਂ ਅੰਦਰੋਂ ਹੀ ਦਰਸ਼ਨ ਹੋ ਜਾਂਦੇ ਆ, ਦਿਖਾਈ ਦੇ ਜਾਂਦਾ ਹੈ, ਕਿਉਂਕਿ ਅੰਦਰ ਬੈਠਾ ਹੋਇਆ ਹੈ। ਆਧਾਰ ਜੋ ਹੈ, ਆਧਾਰ ਬਿਨਾਂ ਜੈਸੇ ਦਿਸ ਰਿਹਾ ਨਾ ਸਰੀਰ ਹੈ, ਸਥੂਲ ਸਰੀਰ ਦਿਖਾਈ ਦੇ ਰਿਹਾ ਹੈ, ਤਾਂ ਨਿਸ਼ਚਿਤ ਇਹ ਦਿਸ ਰਿਹਾ ਹੈ ਤਾਂ ਇਹਦਾ ਆਧਾਰ ਸੱਤਿਆ ਹੈ। ਇਹ ਸੱਤਿਆ ਨਹੀਂ ਹੈ, ਪਰ ਇਹ ਦਿਸ ਰਿਹਾ, ਇਹ ਪ੍ਰਮਾਣ ਹੈ ਕਿ ਇਹਦਾ ਆਧਾਰ ਹੈ ਤਾਂ ਦਿਸ ਰਿਹਾ। ਜੇ ਆਧਾਰ ਨਾ ਹੋਵੇ ਦਿਸ ਨਹੀਂ ਸਕਦਾ। ਤਾਂ ਉਹ ਵੇਖਣ ਵਾਸਤੇ ਸਤਿਗੁਰਾਂ ਦੇ ਚਰਨ ਪਕੜਨੇ ਪੈਣਗੇ। ਸਤਿਗੁਰਾਂ ਦੇ ਅੱਗੋਂ, ਉਹ ਵੀ ਸਤਿਗੁਰਾਂ ਦੇ ਅੱਗੋਂ, ਸਤ ਮੈਨੇ ਸੱਚੇ ਗੁਰਾਂ ਦੇ ਅੱਗੋਂ। ਕਾਚੇ ਗੁਰ ਤੇ ਮੁਕਤ ਨਾ ਹੁਆ। ਕੱਚਿਆਂ ਦੇ ਪਿੱਛੇ ਤੁਸੀਂ ਲੱਗੇ ਫਿਰੋ, कोई आप डूबे तुम कहा तरनहार। ऐसे क्या है ना, अंधा आगू जे थिए सब साथ मुहावे। अन्ना अपने आप नूं गुरु सदवाउंदा है, जिन्हों कहा है कि बामण गुरु है जगत का, भगतन का गुर नाए। क्यों नहीं है? क्योंकि अर्ज उर्ज के पाचमवा चारों वेदों माए। वो चौं वेदां च उलझिया पिया, फसिया पिया है। पर वो जो सच्चा है ना, वेद कतेब बिखै हर नाही। वो वेदां कतेबां दे विच नहीं है। धार्मिक ग्रंथ साडे सहायक अवश्य हुंदे हनगे प्राप्ति विच, किंतु धार्मिक ग्रंथां दे विचों जिहड़ा है वो नहीं लभदा। वो अनुभव द्वारा अपने घट विचों जानना है, बाहरों किधरों भी नहीं वो लभण वाला। जिन्हों ने अंदर नूं खोजिया है ना, उन्होंने ही मिलिया है। तां ते भगतां ने कहा है ना कि भलिया क्यों जंगल जंगल क्या भवै, वन कंडा मोड़े वसी रब हियाली है। जंगल क्या डोले हिरदे च वसदा है। पढ़न वालियां नूं भी की है, पढ़ पढ़ गड्डी लदी है, पढ़ पढ़ भरी है साथ, पढ़ पढ़ बेड़ी पाई है, पढ़ पढ़ गड्डी है खाद, पढ़ी है जेते बरस बरस, पढ़ी है जेते मास। कितना भी कोई पढ़ लवे, पर पढ़िया ना ही भेद, पढ़िया नहीं गल बनती, बुझिया भावना, बुझ के प्राप्ति हुंदी है। तो बुझिया सच्चे गुरु द्वारा जावेगा। कच्चे गुरु जिन्हों आप नूं कख नहीं पता, वो की बुझावेगा। सो काचे गुर ते मुकत न हो। सच्चे गुरु द्वारा गुरा एक देह बुझाए, बुझिया पावना, पढ़िया नहीं भेद, बुझिया पावना। ते बुझाउंदा कौन है? गुरा एक देह बुझाई। वो गल सतगुरु जी, वो बुझारत जिहड़ी है ना, सतगुरु जी बुझा देंदे। क्योंकि गाथा गूढ़ अपारम समझणं बिरला जन है। गाथा बड़ी गूढ़ है, रहस्यमयी है, समझ लूँ बिरला जाने। बिरला जान है जिहड़ा इसनूं समझ पाउंदा है। गुरु द्वारा ही समझ पाया जा सकता है। गुरु साहिब जी जी ते कृपा कर देन। सो सतगुरु जी जिन्हों कुंजी दे देन, दसवें दार कुंजी जब दीजै। जदों सतगुरु जी वो कुंजी दे देंदे है, तां फिर वो ब्रह्म विद्या रूपी कुंजी नाल अगियान दा जिंदरा खुल जाता है, जिस करके दे अध्यास दा कुंडा आसा तृष्णा दे तख्ते खुल जाते हैं। तो दयाल को दर्शन कीजै। वो जो दयालु है, कृपालु है, वो दर्शन हो जाते हैं। तद्दा अरद है उर्दन बेरा। तद्दे अखर द्वारा सतगुरु जी तथा भगत कबीर साहिब जी समझा रहे हैं। तद्दा अर्ध है उर्द नबेरा। तद्दे अखर द्वारा समझाते हैं कि अर्ध है जिहड़ा जीव है, ते उर्द जिहड़ा ईश्वर है, इन्हां दा नबेरा नबेड़ा करना चाहिए। जिहड़ा दो भाव बने ना, जीव ते ईश,
ये दो है नहीं, वो एक है। जदों एक है तो ये दो भाव जिहड़े बने हैं, जीव असीं जीव हाँ, लपागां वो ईश्वर है, सरबग है, समर्थ है, सृष्टियां दा करता है। असीं औगणारे हाँ, पापी हाँ, भुल्ले हाँ। ये है वो एक है, पर दो भाव क्यों है? ये दोवां दा नबेड़ा करना चाहिए। अर्ध है उर्ध नबेड़ा, जीव ते ईश दोवां दा नबेड़ा करना चाहिए। कहंदे नबेड़ा किवें होवे फिर? जीव ईश दा नबेड़ा जिहड़ा वो किवें होवे? जगियासू दा सवाल है। ते जिहड़ा अर्ध है जीव है, उस दा उर्ध है ईश्वर दे। अर्ध है उर्ध है मंझ बसेरा। जिहड़ा अर्ध है जीव है ना, ਉਹਦਾ उर्ध है ईश्वर दे मंझ विच बसेरा है, ईश्वर दे विच वसदा है। सगल समग्री जा का तना, आ जिहड़ी सारी समग्री है ਉਹਦਾ तन है, वैराट स्वरूप है ਉਹਦਾ। ਦੇ तमाम जीव ਉਹਦੇ ਵਿੱਚ ਹਨਗੇ। जैसे ਜਿਹਨੂੰ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਜਿਹੜਾ ਸਥੂਲ ਸਰੀਰ ਹੈ, ਸਥੂਲ ਸਰੀਰ ਦੇ ਵਿੱਚ ਵੇਖੋ ਰਕਤ ਧਮਨੀਆਂ ਵਿੱਚ ਚੱਲ ਰਿਹਾ, ਉਹਦੇ ਵਿੱਚ ਕਿਤਨੇ ਜੀਵ ਹੈ, ਸੈੱਲ ਹੈ। ਇਸੇ ਤਰ੍ਹਾਂ ਹੀ ਕਿ ਜਿਹੜਾ ਵਿਰਾਟ ਹੈ ਨਾ, ਪਰਮੇਸ਼ਰ ਦਾ ਸਰੂਪ, ਈਸ਼ਵਰ ਦਾ ਸਰੂਪ ਹੈ, ਵਿਰਾਟ ਸਰੂਪ। ਇਹ ਸਾਰੀ ਸਮੱਗਰੀ ਉਹਦਾ ਤਨ ਹੈ, ਉਹਦਾ ਵਿਰਾਟ ਸਰੂਪ ਹੈ। ਵਿਰਾਟ ਸਰੂਪ ਦੇ ਵਿੱਚ ਹੀ ਜੀਵ ਦਾ ਵਾਸ ਹੈ। ਅਰਧ ਹੈ ਉਰਧ ਹੈ ਮੰਝ ਬਸੇਰਾ। ਅਰਧ ਹੈ ਜੀਵ ਦਾ, ਉਰਧ ਹੈ ਈਸ਼ਵਰ ਦੇ, ਮੰਝ ਨਾਮੇ ਵਿੱਚ ਵਸੇਰਾ ਵਾਸਾ ਹੈ। ਤਾਂ ਇਹ ਇਸ ਤਰ੍ਹਾਂ ਜਾਣਨਾ ਚਾਹੀਦਾ ਹੈ। ਕਥਨ ਕਰਦੇ ਹੈ, ਅਰਧ ਹੈ ਛਾੜ ਉਰਧ ਜੋ ਆਵਾ। ਅਰਧ ਨਾਮੇ ਜੀਵ ਪੁਣਾ ਛੱਡ ਕੇ ਉਰਧ ਜੋ ਆਵਾ। ਜਦੋਂ ਉਰਧ ਈਸ਼ਵਰ ਦੀ ਉਪਾਸਨਾ ਵਿੱਚ ਜੀਵ ਆ ਜਾਂਦਾ ਹੈ, ਈਸ਼ਵਰ ਦੀ ਉਪਾਸਨਾ ਵਿੱਚ ਲੱਗ ਜਾਂਦਾ ਹੈ, ਤਾਂ ਅਰਧ ਹੈ ਉਰਧ ਮਿਲਿਆ ਸੁਖ ਪਾਵਾ। ਤਾਂ ਅਰਧ ਜੀਵ ਜਿਹੜਾ ਹੈ, ਉਰਧ ਈਸ਼ਵਰ ਵਿੱਚ ਮਿਲ ਕੇ ਸੁਖ ਪਾ ਲੈਂਦਾ ਹੈ, ਉਹਦੇ ਵਿੱਚ ਇਸ ਤਰ੍ਹਾਂ ਮਿਲ ਪੈਂਦਾ ਹੈ। ਤਾਂ ਇਹ ਉਪਾਸਨਾ ਕਾਂਡ ਦੁਆਰਾ ਏਕਤਾ ਸਿੱਧ ਕੀਤੀ ਹੈ। ਹੁਣ ਗਿਆਨ ਕਾਂਡ ਦੁਆਰਾ ਫਿਰ ਏਕਤਾ ਸਿੱਧ ਕਰਦੇ ਹਨ ਕਿ ਧੱਦਾ ਅਰਧ ਹੈ ਉਰਧ ਨਬੇਰਾ। ਧੱਦੇ ਅੱਖਰ ਦੁਆਰਾ ਕਥਨ ਕਰਦੇ ਹੈ ਅਰਧ ਹੈ ਉਰਧ। ਅਰਧ ਮਾਇਨੇ ਜਿਹੜਾ ਅਲਪਗ ਜੀਵ ਹੈ, ਤੁੱਛ ਅਲਪਗ, ਜਿਹਦੇ ਵਿੱਚ ਕੀ ਹੈ? ਇਹ ਅਸਤ ਹੈ, ਜੜ ਹੈ, ਦੁੱਖ ਹੈ, ਦਵੈਤ ਰੂਪ ਹੈ। ਐਸਾ ਜਿਹੜਾ ਇਹ ਅਰਧ ਹੈ, ਅਲਪਗ ਜੀਵ ਹੈ। ਅਤੇ ਉਰਧ, ਉਰਧ ਮਾਇਨੇ ਈਸ਼ਵਰ, ਈਸ਼ਵਰ ਜਿਹੜਾ ਸਰਬੱਗ ਹੈ। ਇਹਨਾਂ ਦੋਵਾਂ ਦਾ ਨਬੇੜਾ ਕਰਨਾ ਚਾਹੀਦਾ। ਭਾਵ ਦੋ ਹੈ ਨਹੀਂ ਹੈ, ਦਿਖਾਈ ਦੇ ਰਿਹਾ ਜਾਂ ਪ੍ਰਤੀਤ ਹੋ ਰਿਹਾ ਦੋ ਹੈ। ਇੱਕ ਈਸ਼ਵਰ ਹੈ, ਸਾਰੀਆਂ ਸ੍ਰਿਸ਼ਟੀਆਂ ਨੂੰ ਰਚਿਆ ਉਸਨੇ, ਸਾਰਾ ਪਸਾਰਾ ਉਹਨੇ ਸਿਰਜਿਆ, ਵੱਡਾ ਹੈ, ਤਾਕਤਵਰ ਹੈ, ਸਮਰੱਥ ਹੈ। ਅਸੀਂ ਜੀਵ ਹਾਂ, ਲਪੱਗ ਹਾਂ, ਛੋਟੇ ਹਾਂ, ਉਗਣਾਰੇ ਹਾਂ। ਇਹ ਦੋਵਾਂ ਦੋ ਹੈ ਨਹੀਂ ਹੈ, ਫਿਰ ਵੀ ਦੋ ਅਸੀਂ ਕਿਉਂ ਮਹਿਸੂਸ ਕਰ ਪਾ ਰਹੇ ਹਾਂ? ਦੋਵਾਂ ਦਾ ਨਬੇੜਾ ਕਰਨਾ ਚਾਹੀਦਾ। ਦੋ ਹੈ ਨਹੀਂ ਹੈ, ਕਿਵੇਂ ਨਬੇੜਾ ਹੋਵੇਗਾ? ਤਾਂ ਕਹਿੰਦੇ ਹੈ ਤਾਂ ਅਰਧ ਹੈ, ਅਰਧ ਹੈ ਉਰਧ ਹੈ ਮੰਝ ਬਸੇਰਾ। ਜੋ ਅਰਧ ਹੈ ਜੀਵ ਹੈ, ਇਸ ਵਿੱਚ ਵੀ ਸਤ ਚਿੱਤ ਆਨੰਦ ਅਦਵੈਤ ਸਰੂਪ ਬ੍ਰਹਮ ਦਾ ਹੀ ਬਸੇਰਾ ਹੈ। ਅਰਧ ਹੈ ਜੀਵ ਦੇ ਵਿੱਚ ਵੀ ਉਹੀਓ ਉਹਦੀ ਚੇਤਨ ਸੱਤਾ ਜੋਤ ਵਿਆਪਕ ਹੈ, ਕਾਰਿਆ ਕਰ ਰਹੀ ਹੈ। ਅਤੇ ਜਿਹੜਾ ਈਸ਼ਵਰ ਹੈ ਉਹ ਜੋ ਨਿਰੰਕਾਰ ਆਪਣੇ ਆਪ ਨੂੰ ਮਾਇਆ ਸਬਲ ਈਸ਼ਵਰ ਸਦਵਾਉਂਦਾ ਹੈ, ਸ਼ਕਤੀਸ਼ਾਲੀ ਸਰਬੱਗ ਸਦਵਾਉਂਦਾ ਹੈ। ਉਹ ਉਰਧ ਹੈ ਮੰਝ ਉਰਧ ਹੈ ਵਿੱਚ, ਈਸ਼ਵਰ ਵਿੱਚ ਵੀ ਤਾਂ ਉਹ ਬ੍ਰਹਮ ਦਾ ਹੀ ਨਿਵਾਸ ਹੈ। ਈਸ਼ਵਰ ਮਾਇਆ ਸਬਲ ਕਹਿਲਵਾਇਆ ਹੈ ਅਤੇ ਜੀਵ ਅਵਿਦਿਆ ਸੰਯੁਗਤ ਲਪੱਗ ਕਹਿਲਵਾਇਆ।
ਤਾਂ ਜਿਹੜਾ ਅਰਧ ਹੈ, ਜੀਵ ਹੈ, ਉਹਦੇ ਮਨ ਵਿੱਚ ਵੀ ਚੇਤਨ ਦੀ ਹੀ ਜੋਤ ਹੈ, ਬ੍ਰਹਮ ਦੀ ਹੀ ਜੋਤ ਹੈ। ਤੇ ਉਰਧ ਜਿਹੜਾ ਈਸ਼ਵਰ ਹੈ, ਉਹਦੇ ਵਿੱਚ ਵੀ ਉਸ ਬ੍ਰਹਮ ਦੀ ਹੀ ਜੋਤ ਵਿਦਿਆਮਾਨ ਹੈ, ਪ੍ਰਕਾਸ਼ਮਾਨ ਹੈ। ਅਰਧ ਹੈ ਛਾੜ ਉਰਧ ਜਾਓ ਆਵਾ। ਅਰਧ ਹੈ ਛਾੜ, ਅਰਧ ਮਾਇਨੇ ਜਿਹੜਾ ਜੀਵ ਹੈ। ਤਾਂ ਇਹ ਜੀਵ ਦੀ ਅਲਪਗਤਾ ਜਿਹੜੀ ਹੈ, ਇਹਨੂੰ ਛੱਡ ਕੇ ਅਰਧ ਹੈ ਛਾੜ, ਅਰਧ ਹੈ ਜੀਵ। ਜੀਵ ਦੀ ਕੀ ਛੱਡਣੀ ਹੈ? ਅਲਪਗਤਾ। ਵਿਦਿਆ ਕਾਰਨ ਅਲਪਗਤਾ, ਇਹਨਾਂ ਦੀ ਅਲਪਗਤਾ ਛੱਡ ਦੇਣੀ ਹੈ। ਅਲਪਗਤਾ ਛੱਡ ਕੇ ਉਰਧ, ਜਿਹੜਾ ਉਰਧ ਈਸ਼ਵਰ ਹੈ, ਉਸ ਦੀ ਸਰਬਗਤਾ ਛੱਡ ਦੇਣੀ ਹੈ। ਤਾਂ ਜਦ ਇਸ ਤਰ੍ਹਾਂ ਜੀਵ ਦੀ ਅਲਪਗਤਾ, ਈਸ਼ਵਰ ਦੀ ਸਰਬਗਤਾ ਛੱਡ ਕੇ ਜਦੋਂ ਆ ਗਏ ਤਾਂ ਅਰਧ ਹੈ ਉਰਧ ਮਿਲਿਆ ਸੁਖ ਪਾਵਾ। ਤਾਂ ਜੀਵ ਦਾ ਸਾਖੀ ਰੂਪ ਉਰਧ ਈਸ਼ਵਰ ਦਾ ਸਾਖੀ ਰੂਪ ਇੱਕ ਹੀ ਹੋ ਕੇ ਮਿਲ ਗਿਆ। ਇੱਕੋ ਸਰੂਪ ਦੇ ਤਾਂ ਹੀ ਪਾ ਲਈਦਾ, ਭੇਦ ਤਾਂ ਹੈ ਹੀ ਨਹੀਂ ਹੈ। ਇੱਕ ਹੈ, ਉਹੀ ਸਤਿਅ ਹੈ। ਉਹ ਜੋ ਇੱਕ ਹੈ, ਜੋ ਸਤਿਅ ਹੈ, ਉਹੀ ਅਹੰ ਬ੍ਰਹਮਸਮੀ, ਉਹੀ ਮੈਂ ਸ਼ੁੱਧ ਸਰੂਪ ਹਾਂ, ਉਹੀ ਮੇਰਾ ਵਾਸਤਵਿਕ ਸਰੂਪ ਹੈ। ਤਾਂ ਇਹ ਇਸ ਤਰ੍ਹਾਂ ਅਰਧ ਉਰਧ ਦਾ ਨਬੇੜਾ, ਜੀਵ ਈਸ਼ ਦਾ ਨਬੇੜਾ ਕਰਨਾ ਚਾਹੀਦਾ। ਜੀਵ ਈਸ਼ ਦਾ ਜਿਹੜਾ ਇਹ ਭੇਦ ਹੈ ਵੀ ਅਗਿਆਨਤਾ ਕਾਰਨ ਪਿਆ ਹੋਇਆ ਹੈ। ਅਗਿਆਨ ਜਿਹੜਾ ਹੈ ਉਹੀ ਮਾਇਆ ਹੈ, ਅਗਿਆਨ ਜਿਹੜਾ ਉਹੀ ਉਹ ਅਵਿਦਿਆ ਹੈ। ਮਾਇਆ ਜਿਹੜੀ ਹੈ ਉਹ ਈਸ਼ਵਰ ਨੂੰ ਸਰਬੱਗ ਬਣਾ ਰਹੀ ਹੈ, ਅਵਿਦਿਆ ਜਿਹੜੀ ਹੈ ਉਹ ਜੀਵ ਨੂੰ ਅਲਪੱਗ ਬਣਾ ਰਹੀ ਹੈ। ਜਾਂ ਇਸ ਤਰ੍ਹਾਂ ਕਹਿ ਲਓ ਕਿ ਜੈਸੇ ਸਾਗਰ ਹੈ, ਸਮੁੰਦਰ ਹੈ, ਉਹਦੀ ਵਿਸ਼ਾਲਤਾ, ਉਹਦੀ ਗਹਿਰਾਈ, ਉਹਦਾ ਵੱਡਾਪੁਣਾ ਹੀ ਉਹਨੂੰ ਵੱਡਾ ਬਣਾ ਰਿਹਾ ਹੈ। ਤੇ ਇੱਕ ਘੜਾ ਹੈ, ਘੜੇ ਵਿੱਚ ਜਲ ਹੈ ਜਾਂ ਛੋਟੇ ਜਿਹੇ ਟੋਏ 'ਚ ਜਲ ਹੈ, ਉਹਦਾ ਛੋਟਾਪੁਣਾ ਹੀ ਉਹਨੂੰ ਅਲਪੱਗ ਬਣਾ ਰਿਹਾ। ਇਹ ਜਿਹੜਾ ਵਿਸ਼ਾਲ ਤੇ ਛੋਟਾਪੁਣਾ ਹੈ, ਦੋਵਾਂ ਨੂੰ ਪਾਸੇ ਰੱਖ ਕੇ ਤੇ ਫਿਰ ਦ੍ਰਿਸ਼ਟੀ ਮਾਰ ਕੇ ਤੱਕੋ ਕਿ ਜਿਹੜਾ ਨਿੱਕੇ ਟੋਏ 'ਚ ਪਾਣੀ ਹੈ ਤੇ ਸਮੁੰਦਰ 'ਚ ਪਾਣੀ ਹੈ, ਇਹ ਪਾਣੀ ਵਿੱਚ ਫਰਕ ਕੋਈ ਦਿਖਾਈ ਦੇ ਰਿਹਾ ਹੈ? ਪਾਣੀ ਤਾਂ ਇੱਕ ਹੈ ਨਾ। ਟੋਏ ਵਾਲਾ ਪਾਣੀ ਤੁਸੀਂ ਸਮੁੰਦਰ 'ਚ ਪਾ ਦਿਓ, ਸਮੁੰਦਰ ਦਾ ਹੀ ਰੂਪ ਹੋ ਜਾਵੇਗਾ, ਕਿਉਂਕਿ ਉਹ ਪ੍ਰਥਮ ਹੀ ਸਮੁੰਦਰ ਦਾ ਰੂਪ ਹੀ ਹੈ। ਜੇ ਸਮੁੰਦਰ ਦਾ ਰੂਪ ਨਹੀਂ ਤੇ ਸਮੁੰਦਰ 'ਚੋਂ ਮਿਲ ਨਹੀਂ ਸੀ ਸਕਦਾ। ਜਿਉਂ ਜਲ ਮੈਂ ਜਲ ਆਏ ਘਟਾਣਾ, ਜਲ ਵਿੱਚ ਤੱਤੈ ਤੱਤ ਮਿਲਿਆ ਕੋਈ ਨਾ ਸਾਕੈ ਭਿੰਨ ਕਰ ਬਲਰਾਮ ਜੀ। ਪਾਣੀ 'ਚ ਹੀ ਪਾਣੀ ਮਿਲ ਸਕਦਾ ਸੀ, ਉਹ ਪ੍ਰਥਮ ਹੀ ਇੱਕ ਸੀ। ਜਦੋਂ ਟੋਏ ਵਿੱਚ ਸੀ ਪਾਣੀ ਜਾਂ ਸਮੁੰਦਰ 'ਚ ਹੈ, ਪਾਣੀ ਤਾਂ ਇੱਕ ਹੀ ਹੈ। ਟੋਏ ਵਾਲਾ ਪਾਣੀ ਸਮੁੰਦਰ 'ਚ ਪਾ ਦਿਓ, ਉਹ ਇੱਕ ਹੀ, ਪ੍ਰਥਮ ਹੀ ਇੱਕ ਸੀ, ਤਾਂ ਉਹ ਪੈ ਕੇ ਵੀ ਇੱਕ ਹੀ ਹੋ ਗਏ, ਅਭੇਦ ਹੋ ਗਏ। ਉਹ ਵੱਖਰਾਪੁਣਾ ਦਿਸ ਰਿਹਾ ਸੀ ਕਿਉਂਕਿ ਉਪਾਧੀਆਂ ਸੀ। ਸਮੁੰਦਰ ਦੀ ਉਪਾਧੀ ਵੱਡੀ ਹੈ, ਟੋਏ ਦੀ ਉਪਾਧੀ ਨਿੱਕੀ ਹੈ। ਤਾਂ ਇਸ ਤਰ੍ਹਾਂ ਹੈ ਕਿ ਜੀਵ ਜਿਹੜਾ ਉਹ ਅਵਿਦਿਆ ਕਾਰਨ ਹੈ, ਅਲਪੱਗ ਹੈ। ਈਸ਼ਵਰ ਮਾਇਆ ਕਾਰਨ ਹੈ, ਸਰਬੱਗ ਹੈ। ਪਰ ਮਾਇਆ ਜਾਂ ਅਵਿਦਿਆ ਤਾਂ ਅਗਿਆਨ ਦਾ ਹੀ ਰੂਪ ਹੈ। ਤਾਂ ਉਹ ਜੋ ਸ਼ੁੱਧ ਹੈ, ਉਹ ਗਿਆਨ ਸਰੂਪ ਹੈ। ਤਾਂ ਦੋਨੋਂ ਉਪਾਧੀਆਂ ਨੂੰ ਛੱਡ ਦਿਓ। ਅਰਧ ਹੈ ਛਾੜ ਉਰਧ, ਅਰਧ ਨੂੰ ਵੀ ਛੱਡ ਦਿਓ, ਉਰਧ ਨੂੰ ਵੀ ਛੱਡ ਦਿਓ। ਜੀਵ ਦੀ ਉਪਾਧੀ ਵੀ ਛੱਡ ਦਿਓ, ਵਿਦਿਆ ਈਸ਼ਵਰ ਦੀ ਉਪਾਧੀ ਵੀ ਛੱਡ ਦਿਓ, ਜਿਹੜੀ ਮਾਇਆ ਹੈ।
ਤੇ ਜਦੋਂ ਇਸ ਤਰ੍ਹਾਂ ਜੋ ਆਵਾ ਜਦ ਇਸ ਤਰ੍ਹਾਂ ਛੱਡ ਕੇ ਆਵਾਂਗੇ ਨਾ, ਛੱਡ ਕੇ ਵੇਖਾਂਗੇ ਤਾਂ ਅਰਧ ਅਰਧ ਮਿਲਿਆ। ਅਰਧ ਜੀਵ ਦਾ ਸਾਖੀ ਰੂਪ ਕੁਟਸਥ, ਜਿਹਨੂੰ ਤੁੰਗ ਪਦ ਦਾ ਲੱਖ ਅਰਥ ਕਿਹਾ ਹੈ। ਤੇ ਉਰਧ ਮਿਲਿਆ, ਉਰਧ ਦਾ ਜੋ ਸਾਖੀ ਰੂਪ ਬ੍ਰਹਮ ਅਰਥਾਤ ਜੋ ਉਰਧਮय ਨੇ ਤਤ ਪਦ ਦਾ ਲੱਖ ਅਰਥ ਜਿਹੜਾ ਬ੍ਰਹਮ ਹੈ ਮਿਲਿਆ। ਇੱਕ ਮਿਕ ਹੈ, ਪਹਿਲੋਂ ਹੀ ਮਿਲੇ ਹੋਏ ਹਨਗੇ, ਦੋ ਤਾਂ ਹੈ ਹੀ ਨਹੀਂ, ਹੋ ਹੀ ਨਹੀਂ ਸਕਦੇ। ਉਹ ਖੰਡ ਖੰਡ ਹੋ ਹੀ ਨਹੀਂ ਸਕਦਾ, ਉਹਦੇ ਟੁਕੜੇ ਨਹੀਂ ਹੋ ਸਕਦੇ। ਆਕਾਸ਼ ਦੇ ਟੁਕੜੇ ਕੋਈ ਕੀ ਕਰੇਗਾ? ਹੈ ਕਿਸੇ ਵਿੱਚ ਤਾਕਤ ਆਕਾਸ਼ ਨੂੰ ਹਿੱਸਿਆਂ ਵਿੱਚ ਵੰਡ ਦੇਵੇ? ਨਹੀਂ ਵੰਡਿਆ ਜਾ ਸਕਦਾ। ਇਸੇ ਤਰ੍ਹਾਂ ਉਹ ਖੰਡਤ ਨਹੀਂ ਹੈ, ਉਹ ਟੋਟਿਆਂ ਹਿੱਸਿਆਂ ਵਿੱਚ ਨਹੀਂ। ਇਸ ਵਾਸਤੇ ਉਹਨੂੰ ਕਿਹਾ ਨਾ ਕਿ ਉਹਦੇ ਵਿੱਚ ਸਜਾਤੀ ਵਿਜਾਤੀ ਸਵੈਗਤ ਭੇਦ ਵੀ ਨਹੀਂ ਹੈ। ਉਹ ਸਵੈਗਤ ਭੇਦ ਹੀ ਖੰਡਤ ਹੁੰਦਾ ਹੈ, ਉਹਦੇ ਵਿੱਚ ਤੇ ਸਵੈਗਤ ਭੇਦ ਨਹੀਂ ਹੈ। ਵੈਸਾ ਉਹ ਅਖੰਡ ਸਰੂਪ ਹੈ। ਤਾਂ ਅਰਧ ਹੈ, ਤਾਂ ਉਹ ਅਰਧ ਹੈ, ਉਰਧ ਮਿਲਿਆ। ਜਦੋਂ ਅਰਧ ਤੇ ਉਰਧ, ਜੀਵ ਤੇ ਈਸ਼ਵਰ ਦੋਨੇ ਹੀ ਤੁੰਗ ਪਦ ਦਾ ਲੱਖ ਅਰਥ, ਤਤ ਪਦ ਦਾ ਲੱਖ ਅਰਥ, ਸਾਖੀ ਰੂਪ ਬ੍ਰਹਮ ਜਿਹੜਾ ਹੈ ਉਹ ਮਿਲ ਗਿਆ। ਇੱਕ ਮਿਕ ਹੋ ਗਏ, ਭਾਵ ਉਸ ਸ਼ੁੱਧ ਚੇਤਨ ਸਰੂਪ ਬ੍ਰਹਮ ਨੂੰ ਪਾ ਲਿਆ। ਸੁਖ ਪਾਵਾ, ਸੁਖ ਸਰੂਪ ਨੂੰ ਪਾ ਲਿਆ, ਆਨੰਦ ਸਰੂਪ ਵਿੱਚ ਵਿਲੀਨਤਾ ਹੋ ਗਈ। ਪਰ ਐਸਾ ਜਿਹੜਾ ਬੋਧ ਹੈ, ਐਸੀ ਜਿਹੜੀ ਏਕਤਾ ਹੈ, ਇਹ ਸਤਿਗੁਰੂ ਜੀ ਸਮਰੱਥ ਕਰਵਾ ਸਕਦੇ ਹਨ। ਕਿ ਉਹ ਜਿਹੜੀ ਕੁੰਜੀ ਹੈ ਨਾ, ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ। ਗੁਰ ਬਿਨ ਮਨ ਕਾ ਤਾਕ ਨ ਉਗੜੈ, ਅਵਰ ਨ ਕੁੰਜੀ ਹੱਥ। ਸਤਿਗੁਰਾਂ ਦੇ ਹੱਥ ਵਿੱਚ ਕੁੰਜੀ ਹੈ। ਗੁਰਾਂ ਦੇ ਅੱਗੋਂ ਜਦ ਅਸੀਂ ਆਪਣਾ ਆਪ ਸਮਰਪਣ ਕਰ ਦਿੰਦੇ ਹਾਂ ਤਾਂ ਸਤਿਗੁਰੂ ਜੀ ਕਿਰਪਾ ਕਰਕੇ ਉਹ ਸਰੂਪ ਜਿਹੜਾ ਹੈ ਉਹ ਸਮਝਾ ਦਿੰਦੇ ਹੈ, ਉਹ ਸਰੂਪ ਵਿਖਾ ਦਿੰਦੇ, ਜਿਸ ਕਰਕੇ ਸੁਖ ਸਰੂਪ ਨੂੰ ਪਾ ਲਈਦਾ। ਫਿਰ ਦੁੱਖ ਨਹੀਂ, ਸੁਖ ਹੀ ਸੁਖ ਪ੍ਰਾਪਤ ਹੁੰਦਾ ਹੈ। ਪਰਮਾਨੰਦ ਸਰੂਪ ਨੂੰ ਪਾ ਲਈਦਾ। ਫਿਰ ਇਹਾਂ ਸੁਖ ਦਰਗਹਿ ਜੈਕਾਰ ਦੀਆਂ ਦਾਤਾਂ ਹਾਸਲ ਹੋ ਜਾਂਦੀਆਂ ਹਨ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਹੈ ਦਾਸ ਦੀ, ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ, ਪ੍ਰਲੋਕ ਸਹੇਲੇ ਕਰਨ। ਅਰਦਹਿ ਛਾੜ ਉਰਧ ਜੋ ਆਵਾ, ਤੋ ਅਰਦਹਿ ਉਰਧ ਮਿਲਿਆ ਸੁਖ ਪਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।